ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਵੱਡੀ ਖਬਰ ਚਰਚਾ ਦੇ ਵਿੱਚ ਇਹ ਆ ਕਿ ਕੇਂਦਰ ਸਰਕਾਰ ਜਾਂ ਤਾਂ ਇਦਾਂ ਮੰਨਿਆ ਜਾਵੇ ਕਿ ਬੈਕਫੁੱਟ ਤੇ ਆ ਰਹੀ ਹੈ ਜਾਂ ਫਿਰ ਕੋਈ ਨਵੀਂ ਸਿਆਸੀ ਰਣਨੀਤੀ ਘੜੀ ਗਈ ਹੈ। ਉਹ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਸੁਰ ਥੋੜੇ ਨੇ ਉਹ ਨੀਵੇਂ ਪੈਂਦੇ ਨਜ਼ਰ ਆ ਰਹੇ ਨੇ। ਪਰ ਇਹਦੇ ਪਿੱਛੇ ਦੇ ਪਰਦੇ ਦੇ ਪਿੱਛੇ ਚੱਲ ਕੀ ਰਿਹਾ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਿਸਾਨ ਅੰਦੋਲਨ ਦੇ ਦੌਰਾਨ ਜਿੱਥੇ ਲਗਾਤਾਰ ਇਹ ਗੱਲ ਕਹੀ ਗਈ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਨੇ, ਪ੍ਰਧਾਨ ਮੰਤਰੀ ਸਾਹਿਬ ਇਸ ਬਾਰੇ ਕਹਿੰਦੇ ਰਹੇ, ਹਰ ਸਟੇਜ ਤੋਂ ਅੱਜ ਵੀ ਕਿਹਾ ਜਾ ਰਿਹਾ। ਖੇਤੀ ਮੰਤਰੀ ਨਰਿੰਦਰ ਤੋਮਰ ਵੀ ਇਹ ਗੱਲ ਕਹਿ ਰਹੇ ਨੇ। ਮਤਲਬ ਕਿ ਭਾਜਪਾ ਦਾ ਹਰ ਆਗੂ, ਭਾਵੇਂ ਵਰਕਰ ਵੀ ਹੈ, ਉਹ ਵੀ ਇਹ ਗੱਲ ਕਹਿ ਰਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ। ਬੀਜੇਪੀ ਨੇ ਜੋ ਕਹਿਤਾ ਉਸ ਉੱਤੇ ਜਿਹੜੇ ਫੁੱਲ ਚੜਾਏ ਜਾਣਗੇ। ਪਰ ਹੁਣ ਅਨਿਲ ਵਿਜ ਹੁਣਾਂ ਦੀ ਚਿੱਠੀ ਜਾਂ ਇਸ ਸਭ ਦੇ ਵਿਚਾਲੇ ਸੋਮ ਪ੍ਰਕਾਸ਼ ਜਿਹੜੇ ਕੇਂਦਰੀ ਰਾਜ ਮੰਤਰੀ ਨੇ, ਪੰਜਾਬ ਤੋਂ ਨੇ, ਉਹਨਾਂ ਦਾ ਬਿਆਨ ਕਿ ਬੜੀ ਜਲਦੀ ਕਿਸਾਨਾਂ ਦੇ ਨਾਲ ਗੱਲਬਾਤ ਹੋਣੀ ਹੈ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸ ਢੰਗ ਦੇ ਨਾਲ ਕਿਸਾਨਾਂ ਨਾਲ ਗੱਲਬਾਤ ਹੋਣੀ ਹੈ। ਕੀ ਉਹਦੇ ਵਿਚਾਲੇ ਕੋਈ ਸਿਆਸਤ ਚੱਲ ਰਹੀ ਹੈ, ਕਿਉਂਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜੇ ਵੀ ਸਿਰ ਤੇ ਨੇ। ਇਸ ਸਭ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਨਾਲੋਂ ਨਾਲ ਅਸੀਂ ਪੰਜਾਬ ਦੀ ਸਿਆਸਤ ਤੇ ਵੀ ਇੱਕ ਅੱਧੀ ਖਬਰ ਤੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਣੀ ਚੈਨਲ ਪੰਜਾਬੀ ਤੇ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਮਿਹਰਬਾਨੀ, ਧੰਨਵਾਦ। ਧੰਨਵਾਦ ਡਾਕਟਰ ਸਾਹਿਬ। ਮੈਂ ਖਬਰਾਂ ਸੁਣ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ। ਕੱਲ ਵੀ ਇੱਕ ਖਬਰ ਚਰਚਾ ਦੇ ਵਿੱਚ ਰਹੀ, ਜਿਵੇਂ ਆਪਾਂ ਅੱਜ ਤੜਕਸਾਰ ਜੇ ਚਰਚਾ ਕਰ ਰਹੇ ਹਾਂ ਸਿੱਧੇ ਸਵਾਲ ਦੇ ਵਿੱਚ, ਤਾਂ ਕੇਂਦਰੀ ਮੰਤਰੀ ਜਿਹੜੇ ਕੇਂਦਰੀ ਰਾਜ ਮੰਤਰੀ ਨੇ ਸੋਮ ਪ੍ਰਕਾਸ਼, ਉਹ ਇਹ ਗੱਲ ਕਹਿੰਦੇ ਨੇ ਕਿ ਬੜੀ ਛੇਤੀ ਕਿਸਾਨਾਂ ਦੇ ਨਾਲ ਗੱਲਬਾਤ ਹੋਈ। ਜਿਹੜੇ ਗ੍ਰਹਿ ਮੰਤਰੀ ਹਰਿਆਣੇ ਦੇ ਨੇ ਅਨਿਲ ਵਿਜ, ਉਹ ਚਿੱਠੀ ਲਿਖਦੇ ਨੇ ਖੇਤੀ ਮੰਤਰੀ ਨਰਿੰਦਰ ਤੋਮਰ ਹੁਣਾਂ ਨੂੰ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰੋ। ਕਰੋਨਾ ਵਾਇਰਸ ਨੂੰ ਲੈ ਕੇ ਵੀ ਜਿਹੜੀ ਕਿਸਾਨਾਂ ਤੋਂ ਬਿਨਾਂ ਇਸ ਜੰਗ ਨੂੰ ਨਹੀਂ ਜਿੱਤਿਆ ਜਾ ਸਕਦਾ, ਮਸਲੇ ਦਾ ਹੱਲ ਕੱਢਣ ਦੇ ਵੱਲ ਸੋਚ ਰਹੇ ਨੇ। ਤੁਹਾਡਾ ਕੀ ਮੰਨਣਾ ਹੈ ਕਿ ਸਿਆਸਤ ਕੋਈ ਇਸ ਦੇ ਵਿਚਾਲੇ ਤਾਂ ਨਹੀਂ ਚੱਲ ਰਹੀ? ਕਿਸ ਤਰ੍ਹਾਂ ਕਿਸਾਨਾਂ ਨੂੰ ਅੱਗੇ ਫੂਕ ਕੇ ਕਦਮ ਰੱਖਣਾ ਪੈਣਾ ਹੁਣ? ਸੁਖਵਿੰਦਰ ਜੀ ਦੇਖੋ, ਜਦੋਂ ਵੀ ਇਦਾਂ ਦੇ ਸੰਘਰਸ਼ ਚੱਲਦੇ ਨੇ ਤਾਂ ਉਹਨਾਂ ਦਾ ਹੱਲ ਅਖੀਰ ਨੂੰ ਅਲਟੀਮੇਟਲੀ ਬੈਠਕ ਦੇ ਵਿੱਚ ਜਾਂ ਟੇਬਲ ਤੇ ਬੈਠ ਕੇ ਜਿਹੜਾ ਹੈਗਾ ਸੰਵਾਦ ਦੇ ਰਾਹੀਂ, ਡਾਇਲੌਗ ਦੇ ਰਾਹੀਂ ਹੀ ਹੁੰਦਾ ਹੈ। ਕੋਈ ਵੀ ਤੁਸੀਂ ਅੱਜ ਤੱਕ ਦੁਨੀਆ ਦੇ ਜਿੰਨੇ ਵੀ ਸੰਘਰਸ਼ ਹੋਏ ਨੇ, ਉਹਨਾਂ ਦਾ ਅਖੀਰ ਦੇ ਵਿੱਚ ਤੁਹਾਨੂੰ ਬਹਿਣਾ ਹੀ ਪੈਣਾ ਹੈ। ਸੋ ਇਹਦੇ ਵਿੱਚ ਮੈਂ ਤਾਂ ਇਹਨੂੰ ਚੰਗੀ ਗੱਲ ਮੰਨਦਾ, ਜਿਵੇਂ ਤੁਸੀਂ ਵਿਜ ਸਾਹਿਬ ਦੀ ਗੱਲ ਕੀਤੀ ਹੈ ਜਾਂ ਸੋਮ ਪ੍ਰਕਾਸ਼ ਹੋਰਾਂ ਦੀ ਗੱਲ ਕੀਤੀ ਹੈ, ਜਾਂ ਇਸ ਤੋਂ ਵੀ ਪਹਿਲਾਂ ਜਿਆਣੀ ਹੋਰੀ ਵੀ, ਜਾਂ ਹੋਰ ਬਹੁਤ ਸਾਰੇ, ਈਵਨ ਬੀਜੇਪੀ ਦੇ ਜਿਹੜੇ ਆਪਣੇ ਲੀਡਰ ਨੇ, ਉਹ ਵੀ ਲਗਾਤਾਰ ਸੈਂਟਰ ਦੇ ਉੱਤੇ ਦਬਾਅ ਪਾ ਰਹੇ ਨੇ ਕਿ ਤੁਸੀਂ ਭਾਈ ਕਿਸਾਨਾਂ ਨਾਲ ਗੱਲਬਾਤ ਕਰੋ, ਜਿਹੜੀ ਕਿ ਇੱਕ ਚੰਗੀ ਗੱਲ ਹੈ। ਔਰ ਇਹਦੇ ਵਿੱਚ ਅਖੀਰ ਨੂੰ ਹੋਣਾ ਵੀ ਇਹੀ ਸੀਗਾ। ਸੋ ਜੇ ਇਹ ਗੱਲ ਆ ਰਹੀ ਹੈ, ਇੱਕ ਦੂਸਰੇ ਪਾਸੇ ਜੇ ਆਪਾਂ ਦੇਖਦੇ ਹਾਂ, ਕਿਉਂਕਿ ਡਿਲੇ ਜਿਹੜੀ ਹੋਈ ਹੈ ਪਿਛਲੇ ਲੰਮੇ ਸਮੇਂ ਤੋਂ, ਆਪਾਂ ਨੂੰ ਪਤਾ ਹੈ ਕਿ ਫਰਵਰੀ ਤੋਂ ਬਾਅਦ ਲਗਾਤਾਰ ਜਿਹੜੀ ਕੋਈ ਗੱਲ ਨਹੀਂ ਸੀ ਹੋ ਰਹੀ, ਉਹਦਾ ਵੱਡਾ ਕਾਰਨ ਇਹ ਸੀ ਕਿ 5 ਸੂਬਿਆਂ ਦੇ ਵਿੱਚ, ਜਿਵੇਂ ਤੁਸੀਂ ਵੀ ਇਸ਼ਾਰਾ ਕੀਤਾ ਹੈ, ਕਿ ਲਗਾਤਾਰ ਜਿਹੜੀਆਂ ਇਲੈਕਸ਼ਨਾਂ ਦੇ ਪੜਾਅ ਦਰ ਪੜਾਅ ਜਿਹੜੇ ਸੀਗੇ ਉਹ ਚੱਲ ਰਹੇ ਸੀਗੇ। ਔਰ ਹੁਣ ਮੈਨੂੰ ਲੱਗਦਾ ਹੈ ਕਿ ਬੀਜੇਪੀ ਕਿਉਂਕਿ ਮੇਨ ਤੇ ਰਹਿ ਇਸ ਵੇਲੇ ਉਹਨਾਂ 5 ਸੂਬਿਆਂ ਦੇ ਵਿੱਚ, ਔਰ ਲਗਾਤਾਰ ਉਹਦੀ ਜਿਹੜੀ ਹੈਗੀ ਹੈ ਚੋਣਾਂ ਦੇ ਵਿੱਚ ਕਾਰਗੁਜ਼ਾਰੀ, ਆਪਾਂ ਨੂੰ ਪਤਾ ਹੈ ਕਿ ਉਹ ਸਾਰੇ ਦੇ ਸਾਰੀ ਸ਼ਕਤੀ ਉਹਨਾਂ ਨੇ ਚੁੱਕੀ ਹੋਈ ਸੀਗੀ। ਇਸ ਕਰਕੇ ਵੀ ਜਿਹੜਾ ਹੈਗਾ ਇਸ ਗੱਲਬਾਤ ਦੇ ਵਿੱਚ ਲਗਾਤਾਰ ਇੱਕ ਜਿਹੜਾ ਹੈਗਾ ਪਾੜਾ ਪੈਂਦਾ ਜਾ ਰਿਹਾ ਸੀਗਾ। ਪਤਾ ਨਹੀਂ ਕਿ ਕੋਈ ਵੇਵ ਬਣਾਉਣ ਦੀ ਕੋਸ਼ਿਸ਼ ਹੈ ਉਧਰਲੇ ਪਾਸੇ, ਪੱਛਮੀ ਬੰਗਾਲ ਦੇ ਵਿੱਚ ਹੋਣਾ ਜਾਂ ਹੋਰਨਾਂ ਸੂਬਿਆਂ ਦੇ ਵਿੱਚ ਹੋਣਾ, ਤੇ ਉਹ ਸਭ ਦੇ ਵਿਚਾਲੇ ਇਸ ਤਰ੍ਹਾਂ ਜਾਂ ਤਾਂ ਇਹ ਹੋ ਸਕਦਾ ਕਿ ਆਪਣੇ ਆਪ ਨੂੰ ਸ਼ੋਅ ਕਰਨ ਦੀ ਕੋਸ਼ਿਸ਼ ਹੈ ਕਿ ਮੀਡੀਆ ਦੇ ਵਿੱਚ ਚਰਚਾ ਇਸ ਗੱਲ ਨੂੰ ਲੈ ਕੇ, ਦੇਖੋ ਜੀ ਹੁਣ ਤਾਂ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ, ਕਿਸਾਨਾਂ ਕੋਲੋਂ ਪ੍ਰਪੋਜ਼ਲ ਮੰਗਿਆ ਗਿਆ। ਹਰਜੀਤ ਗਰੇਵਾਲ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਨੇ, ਮਸਲੇ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਪ੍ਰਪੋਜ਼ਲ ਭੇਜਿਆ ਵੀ ਹੈ। ਹਾਲਾਂਕਿ ਉਹ ਅਧਿਕਾਰਕ ਪ੍ਰਪੋਜ਼ਲ ਨਹੀਂ ਹੈਗਾ ਸੰਯੁਕਤ ਕਿਸਾਨ ਮੋਰਚੇ ਦਾ। ਉਹ ਕਹਿੰਦੇ ਉਹੀ ਪਿਛਲਾ ਪ੍ਰਪੋਜ਼ਲ ਭੇਜਿਆ ਤੇ ਅਸੀਂ ਉਹਦੇ ਉੱਤੇ ਗੱਲਬਾਤ ਕਰਨ ਦੇ ਲਈ ਕੇਂਦਰ ਸਰਕਾਰ ਜਿਹੜੀ ਹੈ ਉਹ ਵਿਚਾਰ ਕਰ ਰਹੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਕਿ ਸਿਰਫ ਇਹੀ ਤਾਂ ਨਹੀਂ ਕਿਤੇ ਵੀ ਸੁਰਖੀਆਂ ਦੇ ਵਿੱਚ ਇਹ ਗੱਲ ਆ ਜੇ ਕਿ ਸਰਕਾਰ ਗੱਲਬਾਤ ਦੇ ਲਈ ਤਿਆਰ ਹੋ ਰਹੀ ਹੈ ਜੀ, ਤੇ ਉਧਰ ਅਸਰ ਉਹਨਾਂ ਚੋਣਾਂ ਤੇ ਪੈ ਜਾਏ ਜਿਨ੍ਹਾਂ ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ? ਦੇਖੋ, ਹੁਣ ਜਿੱਥੋਂ ਤੱਕ ਚੋਣਾਂ ਦਾ ਸੰਬੰਧ ਹੈ, ਉਹ ਬਹੁਤਾ ਕੰਮ ਤਾਂ ਨਿਬੜ ਚੁੱਕਿਆ ਹੈ। ਹੁਣ ਤਾਂ ਜਿਹੜੇ ਆਖਰੀ ਪੜਾਅ ਦੀਆਂ ਚੋਣਾਂ ਜਿਹੜੀਆਂ ਨੇ ਉਹ ਬਾਕੀ ਨੇ, ਔਰ 2 ਤਰੀਕ ਦੇ ਰਿਜ਼ਲਟ ਵੀ ਜਿਹੜੇ ਨੇ ਉਹ ਆ ਜਾਣੇ ਆ 2 ਮਈ ਨੂੰ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਾਂ ਤਾਂ ਦੇਖੋ ਜਿਹੜੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਬੀਜੇਪੀ ਨੂੰ ਇੰਟਰਨਲ,
ਕਿ ਉਹ ਇਹਨਾਂ ਸੂਬਿਆਂ ਦੇ ਵਿੱਚ ਕੋਈ ਬਹੁਤਾ ਜਿਹੜਾ ਹੈਗਾ, ਜਿਵੇਂ ਉਹਨੂੰ ਲੱਗਦਾ ਸੀਗਾ ਕਿ ਬੰਗਾਲ ਅਸੀਂ ਜਿੱਤ ਲਾਂਗੇ ਜਾਂ ਹੋਰ ਅਸੀਂ ਵਧੀਆ ਪ੍ਰਦਰਸ਼ਨ ਕਰ ਲਾਂਗੇ, ਉਦਾਂ ਦੀ ਇਹਨਾਂ ਨੂੰ ਰਿਪੋਰਟ ਮਿਲ ਗਈ ਹੋਏਗੀ ਕਿ ਉਹ ਸਾਡਾ ਜਿਹੜਾ ਹੈਗਾ ਉਹ ਤੁੱਕਾ ਨਹੀਂ ਚੱਲਿਆ। ਸੋ ਉੱਥੋਂ ਵੀ ਸਾਨੂੰ ਲੱਗਦਾ ਹੈ ਕਿ ਬੀਜੇਪੀ ਜਿਹੜੀ ਹੈਗੀ ਆ ਥੋੜੀ ਜਿਹੀ ਹੁਣ ਨਰਮ ਦਿਖਾਈ ਦੇ ਰਹੀ ਹੈ। ਦੂਸਰਾ ਕਾਰਨ ਇਹ ਹੈ ਕਿ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਪੰਜਾਬ, ਹਰਿਆਣਾ, ਉੱਤਰਾਖੰਡ, ਯੂਪੀ, ਕਿਉਂਕਿ ਅਗਲੇ ਸਾਲ ਇਹਨਾਂ ਜਿਹੜਾ ਹੈਗਾ ਯੂਪੀ ਦੇ ਵਿੱਚ ਔਰ ਪੰਜਾਬ ਦੇ ਵਿੱਚ, ਕਿਉਂਕਿ ਮੇਨ ਸੂਬੇ ਨੇ ਇਹ ਬੀਜੇਪੀ ਦੇ ਲਈ, ਔਰ ਜੋ ਹਾਲ ਪੰਜਾਬ ਦੇ ਵਿੱਚ ਹੋਇਆ ਔਰ ਜੋ ਹਾਲ ਆਪਾਂ ਨੂੰ ਪਤਾ ਹੈ ਕਿ ਬੀਜੇਪੀ ਦਾ ਹਰਿਆਣੇ 'ਚ ਹੋ ਰਿਹਾ, ਔਰ ਜੋ ਹਾਲ ਬੀਜੇਪੀ ਦਾ ਉੱਤਰਾਖੰਡ ਔਰ ਯੂਪੀ ਦੇ ਵਿੱਚ ਹੋ ਰਿਹਾ, ਔਰ ਇੱਥੋਂ ਤੱਕ ਕਿ ਜਿਹੜੀਆਂ ਬਾਕੀ ਜਿਹੜੀਆਂ ਨਾਲ ਵਾਲੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜੋ ਇਸ ਵੇਲੇ ਹਾਲ ਹੋ ਰਿਹਾ ਬੀਜੇਪੀ ਦਾ, ਲੋਕ ਉਹਨਾਂ ਨੂੰ ਜਿਹੜੇ ਨੇ ਪਿੱਛੇ ਪੈ ਰਹੇ ਨੇ, ਉਹਨਾਂ ਦੇ ਐਮਐਲਏ ਸਾਹਿਬਾਨ ਹੋਣ ਜਾਂ ਉਹਨਾਂ ਦੇ ਹੋਰ ਲੀਡਰ ਹੋਣ, ਕਿੰਨੇ ਵੀ। ਆਪਾਂ ਨੂੰ ਪਤਾ ਹੈ ਕਿ ਹਰਿਆਣੇ ਦੇ ਵਿੱਚ ਤਾਂ ਲਗਭਗ ਹਰ ਤਰ੍ਹਾਂ ਦਾ ਜਿਹੜਾ ਹੈ ਸਟੇਟ ਦਾ ਜੋ ਫੰਕਸ਼ਨ ਹੁੰਦਾ ਹੈ ਉਹ ਉਹਨਾਂ ਨੂੰ ਰੱਦ ਹੀ ਕਰਨਾ ਪੈਂਦਾ ਹੈ ਜਾਂ ਪੋਸਟਪੋਨ ਕਰਨਾ ਪੈਂਦਾ ਜਾਂ ਰੱਦ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਜੇਜੇਪੀ ਵਾਲਿਆਂ ਨੂੰ ਵੀ ਜਿਹੜਾ ਹੈਗਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰਿਆਣੇ ਦੇ ਵਿੱਚ। ਸੋ ਇੱਥੋਂ ਕੁੱਲ ਮਿਲਾ ਕੇ ਸਿੱਟਾ ਇਹ ਨਿਕਲਦਾ ਹੈ ਕਿ ਬੀਜੇਪੀ ਇਸ ਵੇਲੇ ਜਿਵੇਂ ਹੁੰਦਾ ਨਾ ਕਿ ਸੱਪ ਦੇ ਮੂੰਹ 'ਚ ਕੋਹੜ ਕਿਰਲੀ, ਨਾ ਹੁਣ ਛੱਡਣ ਜੋਗੀ ਹੈ ਇਹਨਾਂ ਨੂੰ, ਨਾ ਹੁਣ ਅੰਦਰ ਲਗਾਉਣ ਜੋਗੀ ਹੈ। ਸੋ ਬੀਜੇਪੀ ਦੀ ਹਾਲਤ ਜਿਹੜੀ ਹੈਗੀ ਹੈ ਉਹ ਉਸ ਸੱਪ ਵਰਗੀ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਫਸੀ ਹੋਈ ਮਹਿਸੂਸ ਕਰਨ ਦੇ ਲਈ ਇੱਕ ਪਾਸੇ ਉਹ ਕਹਿੰਦੀ ਆ ਕਿ ਕਰੋਨਾ ਦਾ ਡਰਾਵਾ ਦੇ ਕੇ, ਕਿ ਕਰੋਨਾ ਦਾ ਇਹ ਦਿਖਾ ਕੇ ਕਿ ਇਸ ਵੇਲੇ ਕਰੋਨਾ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਤਾਂ ਕਿ ਅਸੀਂ ਕਿਸਾਨਾਂ ਨੂੰ ਇੱਥੋਂ ਭਜਾ ਸਕੀਏ। ਸੋ ਉਹ ਵੀ ਉਹਨਾਂ ਦੀ ਜਿਹੜੀ ਹੈਗੀ ਹੈ ਸਿਆਸਤ ਕਾਰਗਰ ਜਿਹੜੀ ਹੈ ਸਿੱਧ ਨਹੀਂ ਹੋ ਰਹੀ। ਸੋ ਦੂਸਰੇ ਪਾਸੇ ਹੋਰ ਬਹੁਤ ਸਾਰੀਆਂ ਅੰਦਰ ਖਾਤੇ, ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ ਕਿ ਹੋ ਸਕਦਾ ਕੂਟਨੀਤੀਆਂ ਚੱਲਦੀਆਂ ਹੋਣ, ਪਰ ਇਹਨਾਂ ਦਾ ਜਵਾਬ ਜਿਹੜਾ ਹੈਗਾ ਇਹ ਜਿੰਨੀਆਂ ਵੀ ਜਥੇਬੰਦੀਆਂ ਕਿਸਾਨਾਂ ਦੀਆਂ ਇਕੱਠੀਆਂ ਹੋਣਗੀਆਂ ਔਰ ਆਪਸ ਦੇ ਵਿੱਚ ਗੱਲਬਾਤ ਕਰਨਗੀਆਂ ਔਰ ਆਪਸ ਦੇ ਵਿੱਚ ਡਾਇਲੋਗ ਕਰਨਗੀਆਂ, ਆਪਸ ਦੇ ਵਿੱਚ ਮੀਟਿੰਗਾਂ ਕਰਨਗੀਆਂ, ਉਹਦੇ ਵਿੱਚੋਂ ਨਵੇਂ ਪ੍ਰੋਗਰਾਮ ਜੋ ਹੁੰਦੇ ਰਹਿਣਗੇ। ਜਿਵੇਂ ਆਪਾਂ ਨੂੰ ਪਤਾ ਹੈ ਕਿ ਇਸ ਮਹੀਨੇ ਦੇ ਜਾਂ ਇੱਕ ਹਫ਼ਤੇ ਦੇ ਜਿਹੜੇ ਪ੍ਰੋਗਰਾਮ ਨੇ, ਚਾਹੇ ਉਹ ਵਿਸਾਖੀ ਦਾ ਹੋਵੇ, ਚਾਹੇ ਉਹ 14 ਅਪ੍ਰੈਲ ਦੀ ਗੱਲ ਹੋਵੇ, ਡਾਕਟਰ BR ਅੰਬੇਦਕਰ ਹੋਰਾਂ ਦੀ, ਜਾਂ ਹੋਰ ਕਿਸਾਨ ਮੋਰਚੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀ ਉਹਦੇ ਤਹਿਤ ਅੱਜ ਵਿਸਾਖੀ ਵੀ ਮਨਾਈ ਜਾ ਰਹੀ ਹੈ ਜਿਹੜਾ ਹੈਗਾ ਜੀ, ਉਹ ਪ੍ਰੋਗਰਾਮ ਦੇ ਰਿਹਾ, ਲੋਕ ਉਹਦੇ ਨਾਲ ਜੁੜ ਰਹੇ ਨੇ। ਤੁਸੀਂ ਦੇਖੋਗੇ ਕਿ ਲਗਾਤਾਰ ਜਿਹੜੇ ਨੇ ਜਿੰਨੇ ਵੀ ਪ੍ਰੋਗਰਾਮ ਹੁਣ ਤੱਕ ਕਿਸਾਨਾਂ ਨੇ ਦਿੱਤੇ ਨੇ, ਕਿਸਾਨ ਮੋਰਚੇ ਨੇ, ਕਿਸਾਨ ਸੰਘਰਸ਼ ਨੇ ਦਿੱਤੇ ਨੇ, ਲੋਕਾਂ ਨੇ ਦਿਲੋਂ ਉਹਨਾਂ ਦੀ ਹਮਾਇਤ ਕੀਤੀ ਹੈ। ਇਹ ਨਹੀਂ ਕਿ ਉੱਪਰੋਂ ਔਰ ਦਿਲੋਂ, ਚਾਹੇ ਉਹ ਭਾਰਤ ਬੰਦ ਦੀ ਗੱਲ ਹੋਵੇ ਜਾਂ ਹੋਰ ਬਹੁਤ ਸਾਰੇ ਚੱਕੇ ਜਾਮ ਹੋਣ ਜਾਂ ਹੋਰ ਤਰ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਜਿਹੜੀਆਂ ਆਪਾਂ ਨੂੰ ਪਤਾ ਹੈ ਕਿ ਪ੍ਰੋਗਰਾਮ ਉਹਨਾਂ ਨੇ ਸਫਲਤਾ ਦੇ ਨਾਲ ਜਿਹੜੇ ਨੇ ਉਹ ਇੱਥੇ ਜਿਹੜੇ ਨੇ ਕਾਮਯਾਬ ਹੋ ਕੇ ਉਹ ਨਿਕਲੇ ਨੇ ਬਾਹਰ। ਸੋ ਇਸ ਹਰਿਆਣੇ ਦਾ ਜ਼ਿਕਰ ਕਰ ਰਹੇ ਸੀ, ਮੈਂ ਇੱਥੇ ਹਰਿਆਣੇ ਦੀ ਗੱਲ ਥੋੜੀ ਜੋੜਾਂ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਿਹੜੇ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਸੀ ਉਹ ਸਾਰੇ ਉੱਥੇ ਕੈਂਸਲ ਕਰ ਦਿੱਤੇ ਅੰਬੇਦਕਰ ਜਯੰਤੀ ਨੂੰ ਲੈ ਕੇ। ਤੇ ਦੂਜੇ ਪਾਸੇ ਜਿਹੜਾ ਕਿਸਾਨਾਂ ਦਾ ਲਗਾਤਾਰ ਪ੍ਰੈਸ਼ਰ ਹੈ ਹੁਣ ਤੱਕ, ਉਹ ਕਹਿੰਦੇ ਨੇ ਕਿ ਜਿਹੜੇ ਬੀਜੇਪੀ ਵਾਲੇ ਸਾਡੇ ਹੱਕ ਵਿੱਚ ਫਤਵਾ ਨਹੀਂ ਦਿੰਦੇ ਕਿਸਾਨਾਂ ਦੇ, ਉਹ ਪਾਰਟੀ ਦੇ ਵਿੱਚੋਂ ਜੇ ਬਾਹਰ ਨਹੀਂ ਆਉਂਦੇ ਤਾਂ ਉਹਨਾਂ ਨੂੰ ਜਿਹੜਾ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ, ਉਹਨਾਂ ਦਾ ਬਾਈਕਾਟ ਕਰਾਂਗੇ, ਅਗਲੀਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਮੂੰਹ ਦਿਖਾਵਾਂਗੇ ਹਾਰ ਦਾ। ਪਰ ਇਸ ਸਭ ਦੇ ਵਿਚਾਲੇ ਜਿਹੜੇ ਕੇਂਦਰੀ ਆਪਣੇ ਮਾਫ ਕਰਨਾ ਜਿਹੜੇ ਭਾਜਪਾ ਦੇ ਕੌਮੀ ਪ੍ਰਧਾਨ ਨੇ JP ਨੱਡਾ, ਉਹਨਾਂ ਦੇ ਨਾਲ ਦੁਸ਼ਯੰਤ ਚੌਟਾਲਾ ਦੀ ਮੀਟਿੰਗ ਹੁੰਦੀ ਹੈ ਕੇਂਦਰ ਦੇ ਵਿੱਚ। ਦੁਸ਼ਯੰਤ ਚੌਟਾਲਾ ਦੀ ਜਿਹੜੀ ਹੈ ਦਿੱਲੀ ਦੇ ਵਿੱਚ ਮੀਟਿੰਗ ਹੁੰਦੀ ਹੈ ਕੈਬਨਿਟ ਵਿਸਥਾਰ ਨੂੰ ਲੈ ਕੇ ਹਰਿਆਣੇ ਦੇ ਵਿੱਚ। ਮਤਲਬ ਕਿ ਦੁਸ਼ਯੰਤ ਚੌਟਾਲਾ ਦੀ ਪਾਰਟੀ, ਜਿਹਨੂੰ ਕਿਸਾਨਾਂ ਦੀ ਪਾਰਟੀ ਕਿਹਾ ਜਾਂਦਾ ਸੀਗਾ, ਉਹ ਇੱਕ ਪਲ ਵੀ, ਇੱਕ ਕਦਮ ਵੀ ਜਿਹੜੀ ਉਹ ਪਿੱਛੇ ਹਟਣ ਨੂੰ ਤਿਆਰ ਨਹੀਂ। ਉਹ ਆਪਣੇ ਕੰਮ ਕਰ ਰਹੇ ਨੇ, ਉਹਨਾਂ ਨੂੰ ਸਿਰਫ ਇੱਕ ਗੱਦੀ ਜਿਹੜੀ ਹੈ ਉਹ ਨਜ਼ਰ ਆਉਂਦੀ ਹੈ ਕਿ ਉਪ ਮੁੱਖ ਮੰਤਰੀ ਦਾ ਅਹੁਦਾ ਆ, ਸਰਕਾਰ ਦੇ ਨਾਲ ਬਣੇ ਹੋਏ ਨੇ, ਉਹ ਉਹਨਾਂ ਤੇ ਕੋਈ ਪ੍ਰੈਸ਼ਰ ਨਜ਼ਰ ਨਹੀਂ ਆ ਰਿਹਾ ਜੀ। ਦੇਖੋ, ਜਦੋਂ ਤੁਹਾਡੇ ਕੋਲੇ ਤੁਹਾਡੇ ਹੇਠ ਗੱਦੀ ਆ ਜਾਏ, ਕੁਰਸੀ ਆ ਜਾਏ, ਫਿਰ ਤੁਸੀਂ ਇਦਾਂ ਦੇ ਪ੍ਰੈਸ਼ਰ ਨੂੰ ਇਗਨੋਰ ਕਰਦੇ ਹੋ, ਜਾਣਬੁੱਝ ਕੇ ਕਰਦੇ ਹੋ। ਇਹ ਨਹੀਂ ਕਿ ਉਹ ਅੰਦਰੋਂ ਨਹੀਂ ਡਰੇ ਹੋਏ, ਅੰਦਰੋਂ ਉਹ ਵੀ ਡਰੇ ਹੋਏ ਨੇ, ਪਰ ਕਿਉਂਕਿ ਹੁਣ ਇਹਦਾ ਉਹ ਫਾਇਦਾ ਉਠਾਉਣਾ ਚਾਹੁੰਦੇ ਨੇ। ਇਹਦੇ ਨਾਲ ਕੀ ਕਰਨਗੇ ਉਹ JJP ਵਾਲੇ ਕਿ ਉਹ BJP ਦੇ ਨਾਲ ਸੌਦਾ ਕਰਨਗੇ। ਔਰ ਸੌਦਾ ਤਾਂ ਤੁਸੀਂ ਜਿਵੇਂ ਕਹਿ ਰਹੇ ਹੋ, ਸੌਦਾ ਦਾ ਮਤਲਬ ਇਹੀ ਹੈ ਕਿ ਉਹ ਕਹਿਣਗੇ ਵੀ ਨਹੀਂ ਤਾਂ ਅਸੀਂ ਛੱਡਾਂਗੇ, ਨਹੀਂ ਤਾਂ ਸਾਨੂੰ ਵੱਡੀਆਂ ਤੋਂ ਵੱਡੀਆਂ ਹੋਰ ਕੁਰਸੀਆਂ ਦਿਓ। ਸੋ ਇਹ ਗੱਲ ਜਿਹੜੀ ਹੈਗੀ ਹੈ ਨਾਲ ਦੀ ਨਾਲ ਇਹ ਵੀ ਚੱਲ ਰਹੀ ਹੈ, ਉਹ ਇਹਦਾ ਫਾਇਦਾ ਉਠਾ ਰਹੇ ਨੇ JJP ਵਾਲੇ। ਔਰ BJP ਦੀ ਮਜਬੂਰੀ ਹੈ, BJP ਨੂੰ ਪਤਾ ਹੈ ਕਿ ਹਰ ਹਾਲਤ ਦੇ ਵਿੱਚ ਜੇ ਅਸੀਂ JJP ਵਾਲਿਆਂ ਨੂੰ ਅਸੀਂ ਇਗਨੋਰ ਕੀਤਾ ਤਾਂ ਸਾਡਾ ਇੱਥੇ ਜਿਹੜਾ ਹੈਗਾ ਸਰਕਾਰ ਗਿਰ ਸਕਦੀ ਹੈ। ਸੋ ਉਸ ਚੀਜ਼ ਨੂੰ ਮੇਨਟੇਨ ਕਰਨ ਦੇ ਲਈ ਸਰਕਾਰ ਨੂੰ JJP ਵਾਲੇ ਫਾਇਦਾ ਚੱਕ ਰਹੇ ਨੇ। ਬਿਲਕੁਲ ਇਹ ਸਗੋਂ ਫਾਇਦਾ ਉਹਨਾਂ ਨੂੰ ਹੋ ਰਿਹਾ। ਉਹ ਪੈਸੇ ਵੀ ਬਣਾ ਰਹੇ ਨੇ
ਉਹ ਸੱਤਾ ਦੇ ਵਿੱਚ ਵੀ ਜਿਹੜੇ ਨੇ ਕਾਇਮ ਹੋ ਕੇ ਹੋਰ ਕੁਰਸੀਆਂ ਦੀ ਮੰਗ ਕਰ ਰਹੇ ਨੇ, ਹੋਰ ਵਜ਼ੀਰੀਆਂ ਦੀ ਮੰਗ ਕਰ ਰਹੇ ਨੇ। ਸੋ ਇਹਦਾ ਫਾਇਦਾ ਜਿਹੜਾ ਹੈਗਾ ਅਖੀਰ ਨੂੰ ਜੇਜੇਪੀ ਵਾਲੇ ਉਠਾ ਰਹੇ ਨੇ, ਪਰ ਇਹ ਜਿਹੜਾ ਹੈਗਾ ਫਾਇਦਾ ਲੰਬਾ ਸਮਾਂ ਨਹੀਂ ਹੋਏਗਾ। ਕਈ ਵਾਰੀ ਲੱਗਦਾ ਹੁੰਦਾ ਸਾਨੂੰ ਪਾਰਟੀ ਨੂੰ ਇਹਦੇ ਨਾਲ ਕੀ ਹੋਏਗਾ, ਪਾਰਟੀ ਜ਼ਰੂਰ ਖਤਮ ਹੋ ਜਾਏਗੀ। ਇੱਕ ਵਾਰੀ ਉਹ ਜ਼ਰੂਰ ਲੈਣਗੇ, ਮੈਂ ਨਹੀਂ ਕਹਿੰਦਾ ਕਿ ਉਹ ਆਪਾਂ ਨੂੰ ਉਹਨਾਂ ਨੂੰ ਪੂਰਾ ਹੱਕ ਹੈ ਲੈਣ ਦਾ ਕੁਰਸੀਆਂ, ਪਰ ਮੈਨੂੰ ਇਹ ਲੱਗ ਰਿਹਾ ਕਿ ਇਹਨਾਂ ਅਗਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਜਿਹੜੀਆਂ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ, ਉਹਦੇ ਵਿੱਚ ਜੇਜੇਪੀ ਦਾ ਨਾਮੋ ਨਿਸ਼ਾਨ ਮਿਟਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਨੂੰ ਬਹੁਤ ਸੋਚ ਸਮਝ ਕੇ ਕਿਸਾਨਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਕਿਸਾਨ, ਕਿਉਂਕਿ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਹੁਣ ਤੱਕ ਤਾਂ ਰਿਪੋਰਟਾਂ ਆ ਗਈਆਂ ਹੋਣਗੀਆਂ ਕਿ ਇਹ ਕੋਈ ਆਮ ਸਧਾਰਨ ਜਾਂ ਹੋਰ ਕਿਸਮ ਦਾ ਜਿਹੜਾ ਹੈਗਾ ਸੰਘਰਸ਼ ਨਹੀਂ ਹੈ। ਇਹ ਬਹੁਤ ਇੱਕ ਇੰਟਰਨੈਸ਼ਨਲ ਲੈਵਲ ਦਾ, ਅੰਤਰਰਾਸ਼ਟਰੀ ਲੈਵਲ ਦਾ ਸੰਘਰਸ਼ ਹੈ, ਜਿਹਦੇ ਵਿੱਚ ਉਹਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਮਰਥਨ ਮਿਲ ਰਿਹਾ ਹੈ। ਵੱਡੇ ਵੱਡੇ ਲੋਕ, ਚਾਹੇ ਉਹ ਆਸਟ੍ਰੇਲੀਆ ਦੇ ਹੋਣ, ਅਮਰੀਕਾ ਦੇ ਹੋਣ, ਕੈਨੇਡਾ ਦੇ ਹੋਣ, ਜਿਹੜੇ ਵੀ, ਚਾਹੇ ਯੂਰਪ ਦੇ ਹੋਣ, ਜਿਹੜੇ ਵੀ ਮੁਲਕਾਂ ਦੇ ਵਿੱਚ ਲੋਕ ਕਿਸਾਨਾਂ ਦੇ ਹਮਦਰਦ ਨੇ, ਉਹ ਉਹਨਾਂ ਦੇ ਪੱਖ 'ਚ ਖੜ ਰਹੇ ਨੇ ਔਰ ਉਹਨਾਂ ਨੂੰ ਵੱਡਾ ਸਮਰਥਨ ਹੋਣ ਦੇ ਬਾਵਜੂਦ ਆਪਾਂ ਨੂੰ ਲੱਗਦਾ ਹੈ। ਜੀ ਸੁਖਵਿੰਦਰ ਜੀ, ਮੈਂ ਇੱਥੇ ਸਵਾਲ ਕਰਨ ਲੱਗਿਆ ਸੀ ਕਿ ਜਿਵੇਂ ਆਪਾਂ ਕਹਿ ਲਈਏ ਕਿ ਹੁਣ ਜਦੋਂ ਸਰਕਾਰ ਦੇ ਵੱਲੋਂ ਇਹੋ ਜਿਹੇ ਬਿਆਨ ਸਾਹਮਣੇ ਆ ਰਹੇ ਨੇ, ਕਿਸਾਨ ਤਾਂ ਪਹਿਲੇ ਦਿਨੋਂ ਕਹਿੰਦੇ ਆ ਰਹੇ ਨੇ ਕਿ ਅਸੀਂ ਤਾਂ ਗੱਲਬਾਤ ਲਈ ਤਿਆਰ ਆ, ਪਹਿਲਾਂ 11 ਹੋ ਗਈਆਂ, ਇੱਕ ਹੋਰ ਹੋ ਜਾਏਗੀ, ਕੋਈ ਉਹਦੇ ਵਿੱਚ ਵਾਲੇ ਦੋ ਰਾਏ ਨਹੀਂ ਹੈਗੀ। ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਅਲਰਟ ਹੋਣ ਦੀ ਗੱਲ ਕਰਦੇ ਹਾਂ, ਸਾਵਧਾਨ ਜਾਂ ਬੰਦਾ ਖਬਰਦਾਰ ਹੋ ਜੇ, ਧਿਆਨ ਰੱਖੇ ਕਿ ਹੁਣ ਸਰਕਾਰ ਕੀ ਕਰਨ ਵਾਲੀ ਹੈ। ਸਰਕਾਰ ਦਾ, ਕਿਉਂਕਿ ਜਿਹੜਾ ਵੀ ਸਟੈਪ ਸਰਕਾਰ ਨੇ ਚੱਕਣਾ ਉਹ ਸਿਆਸਤ ਪ੍ਰੇਰਿਤ ਹੁੰਦਾ, ਉਹਦੇ ਵਿੱਚ ਸਿਆਸਤ ਹੁੰਦੀ ਹੈ ਕਿ ਸਾਡਾ ਮੁਨਾਫਾ, ਕਿਉਂਕਿ ਸਰਕਾਰ ਨੇ ਫਾਇਦਾ ਦੇਖਣਾ। ਹੁਣ ਕਿਸਾਨਾਂ ਨੂੰ ਤੁਸੀਂ ਕੀ ਮੰਨਦੇ ਹੋ? ਹਾਲਾਂਕਿ ਉਹ ਹੰਢੇ ਹੋਏ ਨੇ, ਉਹਨਾਂ ਨੇ ਹਰ ਸਟੈਪ ਦੇ ਉੱਤੇ ਸਰਕਾਰ ਨੂੰ ਮਾਤ ਦਿੱਤੀ ਹੈ, ਪਰ ਫਿਰ ਵੀ ਤੁਹਾਡੇ ਧਿਆਨ ਵਿੱਚ ਕੀ ਹੈ ਕਿ ਕਿਸ ਤਰ੍ਹਾਂ ਖਬਰਦਾਰ ਰਹਿਣਾ ਚਾਹੀਦਾ ਆ? ਸਰਕਾਰ ਨਾਲ ਗੱਲਬਾਤ ਹੋਣੀ ਹੈ, ਉਹਨਾਂ ਨੇ ਅੱਗੋਂ ਕਿਹੜਾ ਇਹਨਾਂ ਅੱਗੇ ਪ੍ਰਸਤਾਵ ਰੱਖਣਾ ਹੈ ਜਾਂ ਅੱਗੋਂ ਕਿਹੜੀ ਗੱਲ ਰੱਖ ਦੇਣੀ ਹੈ? ਕਿਉਂਕਿ ਪਹਿਲਾਂ ਇਹਨਾਂ ਨੇ ਬਿਜਲੀ ਐਕਟ ਨੂੰ ਲੈ ਕੇ ਕਿਹਾ ਸੀ ਕਿ ਅਸੀਂ ਨਹੀਂ ਪਾਸ ਕਰਦੇ, ਅਸੀਂ ਇਹਨੂੰ ਨਹੀਂ ਲੈ ਕੇ ਆਉਂਦੇ, ਉਹਦੇ ਉੱਤੇ ਵੀ ਚਰਚਾ ਚੱਲ ਰਹੀ ਹੈ। ਜਿਹੜੇ ਪਹਿਲਾਂ ਵਾਅਦੇ ਕੀਤੇ ਸੀ ਕਿ ਨਹੀਂ ਠੀਕ ਹੈ, ਅਸੀਂ ਤੁਹਾਡੀ ਇਹ ਗੱਲ ਮੰਨ ਲੈਂਦੇ ਹਾਂ, ਉਹ ਬੈਕ ਉਹਨਾਂ ਤੇ ਹੀ ਫੇਰ ਆ ਗਏ ਨੇ ਕੇਂਦਰ ਸਰਕਾਰ। ਪਰ ਹੁਣ ਕਿਸਾਨਾਂ ਨੂੰ ਕਿੱਦਾਂ ਸੁਚੇਤ ਰਹਿਣ ਦੀ ਲੋੜ ਹੈ? ਦੇਖੋ, ਕਿਸਾਨਾਂ ਨੂੰ ਉਹ ਹੋਰ ਲਾਲਚ ਦੇਣਗੇ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਪਿਛਲੀ ਜਿਹੜੀ ਲਾਸਟ ਜਿਹੜੀ ਮੀਟਿੰਗ ਹੋਈ ਹੈ, 11ਵੀਂ ਮੀਟਿੰਗ ਜਿਹੜੀ ਆਪਾਂ ਕਹਿ ਰਹੇ ਹਾਂ, ਉਹਦੇ ਵਿੱਚ ਉਹਨਾਂ ਨੇ ਕਿਹਾ ਅਸੀਂ 1.5 ਸਾਲ ਤੱਕ ਇਹਨੂੰ ਰੱਦ ਕਰ ਸਕਦੇ ਹਾਂ। ਯਾਨੀ ਕਿ 1.5 ਸਾਲ ਤੱਕ ਤਾਂ ਉਹ ਪਹਿਲਾਂ ਹੀ ਮੰਨੇ ਹੋਏ ਨੇ। ਹੁਣ ਕੀ ਹੋ ਗਿਆ ਹੋਏਗਾ ਕਿ ਉਹਨਾਂ ਨੇ ਹੋ ਸਕਦਾ ਕਹਿਣਾ ਕਿ 6 ਮਹੀਨੇ ਹੋਰ ਵਧਾ ਲਓ, ਤੁਸੀਂ ਹੋ ਸਕਦਾ 2 ਸਾਲ ਲਈ ਕਰ ਲਓ, 2.5 ਸਾਲ ਲਈ ਇਹਨੂੰ ਹੋਰ ਰੱਦ ਕਰ ਲਓ। ਸੋ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਆਪਣੀ ਗੱਲਬਾਤ ਦੇ ਵਿੱਚ ਏਦਾਂ ਉਲਝਾਉਣਾ ਹੈ ਕਿ ਤੁਸੀਂ ਇਹਨੂੰ ਟਾਈਮ ਵਧਾ ਲਓ ਪਰ ਇਹਨੂੰ ਲਾਗੂ ਰਹਿਣ ਦਿਓ। ਸੋ ਹੋ ਸਕਦਾ ਹੈ ਕਿ ਇਦਾਂ ਦੀ ਆਫਰ ਉਹਨਾਂ ਨੂੰ ਦੁਬਾਰਾ ਮਿਲ ਜਾਏ, ਪਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਜਿਹੜੇ ਕਿਸਾਨ ਲੀਡਰ ਨੇ ਇਸ ਵੇਲੇ, ਉਹ ਇਸ ਨੂੰ ਰੱਦ ਕਰਾਏ ਬਿਨਾਂ ਵਾਪਸ ਨਹੀਂ ਆਉਣਗੇ। ਇਹ ਗੱਲ ਕਲੀਅਰ ਹੈ। ਇਹ ਗੱਲ ਮੋਦੀ ਸਰਕਾਰ ਨੂੰ ਜਾਂ ਬੀਜੇਪੀ ਦੀ ਗਵਰਨਮੈਂਟ ਨੂੰ, ਕੇਂਦਰ ਦੀ ਨੂੰ, ਇਹ ਗੱਲ ਬਿਲਕੁਲ ਮੰਨ ਲੈਣੀ ਚਾਹੀਦੀ ਹੈ ਕਿ ਇਹ ਹੁਣ ਕਿਸਾਨ ਮੋਰਚਾ ਇੱਥੋਂ ਤੱਕ ਪਹੁੰਚ ਚੁੱਕਿਆ ਜਿੱਥੋਂ ਇਹ ਵਾਪਸ ਨਹੀਂ ਜਾਏਗਾ। ਔਰ ਜੇ ਮੰਨ ਲਓ ਇਹ ਵਾਪਸ ਜਾਂਦਾ ਹੈ ਤਾਂ ਉਹਦੇ ਵਿੱਚ ਨੁਕਸਾਨ ਬੀਜੇਪੀ ਦਾ ਹੋਣਾ ਹੈ। ਜੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਨੂੰ ਜੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਸਿਆਸਤ ਦੇ ਨਾਲ ਜਾਂ ਕਿਸੇ ਕੂਟਨੀਤੀ ਦੇ ਨਾਲ, ਜਿਵੇਂ ਉਹ 26 ਜਨਵਰੀ ਵਾਲੀ ਘਟਨਾ ਦੇ ਵਿੱਚ ਉਲਝਾ ਕੇ ਇਸ ਨੂੰ ਖਤਮ ਕਰਨਾ ਚਾਹੁੰਦੇ ਸੀਗੇ, ਜੇ ਹੁਣ ਦੁਬਾਰਾ ਉਸ ਘਟਨਾਵਾਂ ਨੂੰ, ਉਹਨਾਂ ਨੂੰ ਉਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰਿਪੀਟ ਕਰਨ ਦੀ ਕੋਸ਼ਿਸ਼ ਕਰਨਗੇ ਆਪਣੀਆਂ ਕੂਟਨੀਤੀਆਂ ਦੇ ਰਾਹੀਂ, ਤਾਂ ਲਾਜ਼ਮੀ ਤੌਰ ਤੇ ਬੀਜੇਪੀ ਦਾ ਇਹਦਾ ਨੁਕਸਾਨ ਹੋਰ ਹੋਏਗਾ। ਜਿਵੇਂ ਇਹ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿ ਜਿਵੇਂ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਮਈ ਦੇ ਪਹਿਲੇ ਹਫਤੇ ਪਾਰਲੀਮੈਂਟ ਵੱਲ ਕੂਚ ਕਰਨਾ, ਤਾਂ ਹੋ ਸਕਦਾ ਕਿ ਜਿਵੇਂ 26 ਤੋਂ ਪਹਿਲਾਂ ਇਹਨਾਂ ਨੇ ਮੀਟਿੰਗ ਸੱਦੀ ਕਿ ਤੁਸੀਂ ਉਹਨੂੰ ਟਾਲ ਦਿਓ, ਪਰ ਉਹ ਕਿਸਾਨਾਂ ਨੇ ਟਾਲਿਆ ਨਹੀਂ, ਉਹਨਾਂ ਨੇ ਆਪਣੇ ਫੈਸਲੇ ਤੇ ਬਸਿੱਧ ਰਹੇ। ਹੁਣ ਫੇਰ ਕਿਤੇ ਕਹਿ ਦੇਣ, ਪ੍ਰਪੋਜ਼ਲ ਰੱਖ ਦੇਣ ਕਿ ਦੇਖੋ ਜੀ ਅਸੀਂ ਤਾਂ ਗੱਲਬਾਤ ਕਰ ਰਹੇ ਹਾਂ ਹੁਣ ਤੁਹਾਡੇ ਨਾਲ, ਤੁਸੀਂ ਪਾਰਲੀਮੈਂਟ ਦਾ ਘਿਰਾਓ ਟਾਲ ਦਿਓ। ਮੈਂ ਉਹੀ ਕਹਿਣਾ ਕਿ ਜੇ ਮੰਨ ਲਓ ਇਹ ਗੱਲ ਹੁੰਦੀ ਹੈ, ਤਾਂ ਜੇ ਉਹ ਮੰਨਦੇ ਨੇ, ਜੇ ਦੋਵੇਂ ਧਿਰਾਂ ਦੀ ਇੱਕ ਕੋਈ ਸਹਿਮਤੀ ਬਣਦੀ ਹੈ, ਫਿਰ ਤਾਂ ਕੋਈ ਨਵਾਂ ਡਿਸੀਜਨ ਜਿਹੜਾ ਹੋ ਸਕਦਾ ਹੈ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨ ਲੀਡਰ ਨੇ ਪਾਰਲੀਮੈਂਟ ਵਾਲਾ ਕੋਈ ਡਿਸੀਜਨ ਉਹਨੂੰ ਦੁਬਾਰਾ ਰਿਵਾਈਵ ਕਰਨਗੇ ਜਾਂ ਦੁਬਾਰਾ ਸੋਚਣਗੇ। ਉਹ ਤਾਂ ਹੋਣਾ ਹੀ ਚਾਹੀਦਾ। ਉੱਦਾਂ ਦਾ ਪ੍ਰੈਸ਼ਰ ਹੀ ਤਾਂ ਬਣਨਾ ਹੈ। ਦੇਖੋ, ਪ੍ਰੈਸ਼ਰ ਕੀ ਹੁੰਦਾ ਹੈ ਕਿ ਜਦੋਂ ਇਹ ਲੜਾਈ ਚੱਲ ਰਹੀ ਹੁੰਦੀ ਹੈ ਤਾਂ ਦਾਅ ਪੇਚ ਚੱਲਦੇ ਆ। ਜਿਵੇਂ ਆਪਾਂ ਪਹਿਲਵਾਨਾਂ ਦਾ ਭੇਡ ਦੇਖਦੇ ਹਾਂ, ਪਹਿਲਵਾਨਾਂ ਦੇ ਘੋਲ ਦੇਖਦੇ ਹਾਂ, ਉਹਦੇ 'ਚ ਇੱਕ ਪਹਿਲਵਾਨ ਦਾਅ ਮਾਰਦਾ, ਫਿਰ ਉਹ ਦੂਜਾ ਬਚਾਉਂਦਾ ਉਹਨੂੰ, ਸੋ ਫਿਰ ਦੂਜੇ ਦੀ ਵਾਰੀ ਆਉਂਦੀ ਹੈ। ਸੋ ਇਹੀ ਸੰਘਰਸ਼ ਹੈ, ਇਹੀ ਜਿਹੜਾ ਹੈਗਾ, ਇਹੀ ਸਟਰਗਲ ਹੈ। ਔਰ ਕਿਸਾਨ ਜਥੇਬੰਦੀਆਂ ਬਹੁਤ ਕਾਮਯਾਬੀ ਦੇ ਨਾਲ ਇਸ ਨੂੰ ਹੁਣ ਤੱਕ ਇੱਥੋਂ ਤੱਕ ਲੈ ਕੇ ਆਈਆਂ ਨੇ।
ਔਰ ਮੈਨੂੰ ਉਮੀਦ ਹੈ ਕਿ ਉਹਦਾ ਕਾਰਨ ਸੁਖਵਿੰਦਰ ਜੀ ਇਹ ਹੈ ਕਿ ਇਹ ਜਿਹੜੇ ਲੋਕ ਨੇ, ਜਿਹੜੇ ਖਾਸ ਤੌਰ ਤੇ ਸੱਤਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਬਹੁਤਾ ਗਿਆਨ ਨਹੀਂ ਹੈ। ਉਹਨਾਂ ਨੇ ਨਾ ਤਾਂ ਉਹਨਾਂ ਨੇ ਕਾਨੂੰਨ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਕਾਨੂੰਨ ਬਣਾਏ ਜਾਂਦੇ ਨੇ ਉਹ ਸਾਰੀ ਦੀ ਸਾਰੀ ਅਫਸਰਸ਼ਾਹੀ ਬਣਾਉਂਦੀ ਹੈ, ਔਰ ਸਿਰਫ ਜਿਹੜੇ ਮੰਤਰੀ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ, ਉਹਨਾਂ ਨੇ ਤਾਂ ਸਾਈਨ ਕਰਨੇ ਹੁੰਦੇ ਆ। ਸੋ ਇਹ ਬਣਾਏ ਗਏ ਜਿਹੜੇ ਕਾਨੂੰਨ ਨੇ, ਇਹ ਅਫਸਰਸ਼ਾਹੀ ਦੁਆਰਾ ਬਣਾਏ ਗਏ ਨੇ, ਕਿਉਂਕਿ ਉਹ ਅਫਸਰਸ਼ਾਹੀ ਕੌਣ ਹੈ? ਅਫਸਰਸ਼ਾਹੀ ਜਿਹੜੀ ਕਾਰਪੋਰੇਟਸ ਦੇ ਅੰਡਰ ਚੱਲ ਰਹੀ ਹੈ, ਕਾਰਪੋਰੇਟਸ ਦੇ ਪ੍ਰੈਸ਼ਰ ਦੇ ਥੱਲੇ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਉੱਦਾਂ ਦੇਖਾਂਗੇ ਤਾਂ ਜਿਹੜੇ ਕਿਸਾਨ ਲੀਡਰ ਸਾਹਿਬਾਨ ਨੇ, ਇਹ ਮਿੱਟੀ ਨਾਲ ਜੁੜੇ ਹੋਏ ਲੋਕ ਨੇ, ਇਹ ਕਿਸਾਨਾਂ ਚੋਂ ਉੱਠ ਕੇ ਸਾਹਮਣੇ ਆਏ ਨੇ। ਇਹ ਕੋਈ ਆਮ ਜਿਹੜੇ ਨੇ ਦੂਜੇ ਲੀਡਰਸ਼ਿਪ ਦੀ ਜਾਂ ਜਿਵੇਂ ਆਪਾਂ ਕਹਿੰਦੇ ਸਿਆਸੀ ਲੀਡਰਸ਼ਿਪ ਨਹੀਂ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜਦੋਂ ਗੱਲਬਾਤ ਹੋਏਗੀ ਉਹ ਤਰਕ ਦੇ ਆਧਾਰ ਤੇ ਹੋਏਗੀ, ਲੌਜਿਕ ਦੇ ਆਧਾਰ ਤੇ ਹੋਏਗੀ, ਔਰ ਉਹ ਲੌਜਿਕ ਜ਼ਿਆਦਾ ਵਧੀਆ ਲੌਜਿਕ ਜਿਹੜੀ ਹੈਗੀ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਕੋਲੇ ਹੈ। ਇਹਨਾਂ ਦੇ ਕੋਲੇ ਇਹਨਾਂ ਕੋਲੇ ਨਹੀਂ ਹੈ। ਜੇ ਆਪਾਂ ਕਹੀਏ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ, ਚਾਹੇ ਤੁਸੀਂ ਕੇਂਦਰੀ ਲੀਡਰਸ਼ਿਪ ਦੇਖ ਲਓ, ਚਾਹੇ ਪੰਜਾਬ ਦੀ ਲੀਡਰਸ਼ਿਪ ਦੇਖ ਲਓ, ਇਹਨਾਂ ਕੋਲੇ ਕਿਸਾਨੀ ਦਾ ਤਜਰਬਾ ਨਹੀਂ ਹੈ। ਇਸੇ ਕਰਕੇ ਫੇਲ ਹੋ ਰਹੀ ਹੈ। ਤੁਸੀਂ ਦੇਖੋ, ਇਸੇ ਕਰਕੇ ਉਹਨਾਂ ਨੂੰ ਸਮਝਿਆ ਨਹੀਂ ਜਾ ਰਿਹਾ ਇੱਥੇ ਕਿ ਵਿਚਾਰਧਾਰਕ ਟਕਰਾਅ ਜਿਹੜਾ ਹੈਗਾ, ਤੁਸੀਂ ਦੇਖੋਗੇ ਕਿ ਕਿਸਾਨੀ ਤੇ ਜਿਹੜੀ ਬੀਜੇਪੀ ਦਾ ਹੈ ਉਹ ਇੱਕ ਵੱਡਾ ਉਹਦੇ ਵਿੱਚ ਪਾੜਾ ਹੈ, ਕਿਉਂਕਿ ਇਹਦੇ ਵਿੱਚੋਂ ਕੋਈ ਵੀ ਲੀਡਰ ਕਿਸਾਨੀ ਦੇ ਨੇੜੇ ਤੇੜੇ ਵੀ ਨਹੀਂ ਹੈ। ਹਾਂ, ਜ਼ਰੂਰ ਜਿਹੜੇ ਹੈਗੇ ਨੇ ਸਾਡੇ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਰੱਖਿਆ ਮੰਤਰੀ, ਠੀਕ ਹੈ ਨਾ, ਉਹ ਜ਼ਰੂਰ ਜਿਹੜੇ ਆਪਣੇ ਦੇਸ਼ ਦੇ ਰੱਖਿਆ ਮੰਤਰੀ ਨੇ, ਉਹ ਜ਼ਰੂਰ ਰਾਜਨਾਥ ਸਿੰਘ ਜੀ ਕਿਤੇ ਨਾ ਕਿਤੇ ਕਿਸਾਨੀ ਨਾਲ ਜੁੜੇ ਰਹੇ ਨੇ। ਇਸੇ ਕਰਕੇ ਤੁਸੀਂ ਉਹਨਾਂ ਦੇ ਬਿਆਨ ਸੁਣੋਗੇ ਕਿ ਉਹਨਾਂ ਨੇ ਜੋ ਵੀ ਬਿਆਨ ਦਿੱਤਾ ਹੈ ਉਹ ਕਿਸਾਨੀ ਦੇ ਪੱਖ 'ਚ ਦਿੱਤਾ ਹੈ। ਸੋ ਉਹ ਉੱਥੇ ਤੁਹਾਨੂੰ ਆਪਾਂ ਨੂੰ ਲੱਗ ਰਿਹਾ ਹੈ ਕਿ ਕਿਸਾਨੀ ਦਾ ਔਰ ਸਰਕਾਰ ਦਾ ਜਿਹੜਾ ਪਾੜਾ ਹੈ ਉਹ ਲਗਾਤਾਰ ਵੱਧ ਰਿਹਾ ਹੈ, ਔਰ ਉਹ ਤਜਰਬਾ ਨਾ ਹੋਣ ਕਰਕੇ ਇਹ ਜਿਹੜਾ ਹੈਗਾ ਸੰਘਰਸ਼ ਇੱਥੋਂ ਤੱਕ ਪਹੁੰਚਿਆ। ਜੇ ਇਹਨਾਂ ਕੋਲੇ ਤਜਰਬਾ ਹੁੰਦਾ, ਜੇ ਇਹਨਾਂ ਨੂੰ ਕਿਸਾਨਾਂ ਦੀ ਮਾਨਸਿਕਤਾ ਦੀ ਸਮਝ ਹੁੰਦੀ, ਤਾਂ ਇਹ ਇੱਥੋਂ ਤੱਕ ਵਧਣਾ ਨਹੀਂ ਸੀਗਾ। ਸੋ ਇਸੇ ਕਰਕੇ ਇਹ ਜਿਹੜਾ ਹੈਗਾ ਲਗਾਤਾਰ ਜਿਹੜਾ ਸੰਘਰਸ਼ ਵੱਧ ਰਿਹਾ ਹੈ, ਔਰ ਇਹਦਾ ਕੋਈ ਹੱਲ ਨਹੀਂ ਨਿਕਲ ਰਿਹਾ। ਜਦੋਂ ਉਹਨਾਂ ਨੂੰ ਸਮਝ ਆ ਜਾਏਗੀ, ਜਦੋਂ ਉਹਨਾਂ ਨੂੰ ਮਾੜਾ ਮੋਟਾ ਸਿੱਖ ਲੈਣਗੇ ਬੀਜੇਪੀ ਵਾਲੇ, ਤਾਂ ਲਾਜ਼ਮੀ ਤੌਰ ਤੇ ਇਹਦਾ ਹੱਲ ਜਿਹੜਾ ਹੈਗਾ ਜ਼ਰੂਰ ਹੋਏਗਾ। ਤੁਸੀਂ ਦੇਖੋਗੇ ਕਿ ਈਵਨ ਪੰਜਾਬ ਦੇ ਵਿੱਚ ਚਾਹੇ ਗਿਆਨੀ ਸਾਹਿਬ ਹੋਣ, ਚਾਹੇ ਕੋਈ ਹੋਰ ਹੋਣ, ਉਹਨਾਂ ਨੇ ਹਮੇਸ਼ਾ ਹੀ ਇਹ ਕਿਹਾ ਕਿ ਅਸੀਂ ਕਿਸਾਨਾਂ ਦੇ ਮਸਲੇ ਹੱਲ ਕਰਾਉਣ ਲਈ ਤਿਆਰ ਹਾਂ, ਕਿਉਂਕਿ ਆਪ ਉਹ ਕਿਸਾਨੀ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਹੈ ਕਿ ਜੇ ਇਹ ਕਾਲੇ ਕਾਨੂੰਨ ਲਾਗੂ ਹੁੰਦੇ ਨੇ ਤਾਂ ਲਾਜ਼ਮੀ ਤੌਰ ਤੇ ਇਹਦਾ ਵੱਡਾ ਨੁਕਸਾਨ ਪੰਜਾਬ ਨੂੰ ਔਰ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਹੋਣ ਵਾਲਾ ਹੈ। ਸੋ ਇਸ ਕਰਕੇ ਇਹ ਜਿੰਨੇ ਵੀ ਬੀਜੇਪੀ ਦੇ ਲੋਕ ਜਿਹੜੇ ਵਿਦਿਨ ਬੀਜੇਪੀ ਨੇ, ਉਹ ਜਿਹੜੇ ਲੋਕ ਕਿਸਾਨੀ ਨਾਲ ਜੁੜੇ ਹੋਏ ਨੇ, ਜਿਹੜੇ ਲੀਡਰ ਕਿਸਾਨੀ ਨਾਲ ਜੁੜੇ ਹੋਏ ਨੇ, ਉਹ ਵੀ ਨਾਲ ਦੀ ਨਾਲ ਤੁਸੀਂ ਦੇਖੋਗੇ ਕਿ ਕਿਸਾਨਾਂ ਦੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਅੰਦਰ ਖਾਤੇ। ਪਰ ਕਿਉਂਕਿ ਆਪਾਂ ਨੂੰ ਪਤਾ ਕਿ ਡਿਸਪਲਿਨ ਹੁੰਦਾ ਹੈ, ਅਨੁਸ਼ਾਸਨ ਹੁੰਦਾ, ਉਹਨਾਂ ਨੂੰ ਉਹੀ ਗੱਲ ਕਹਿਣੀ ਪੈਂਦੀ ਹੈ ਜੋ ਸੈਂਟਰ ਦੀ ਲੀਡਰਸ਼ਿਪ ਕਹਿੰਦੀ ਹੈ। ਇਸ ਕਰਕੇ ਤੁਸੀਂ ਦੇਖੋਗੇ ਕਿ ਉਹਨਾਂ ਨੂੰ ਮਜਬੂਰੀ ਦੇ ਵਿੱਚ ਜ਼ਰੂਰ ਕਰਨਾ ਪੈਂਦਾ। ਪਰ ਜਿਵੇਂ ਤੁਸੀਂ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਹਰਿਆਣੇ ਦਾ ਔਰ ਪੰਜਾਬ ਦੇ ਦੋ ਲੀਡਰਾਂ ਦੀ ਗੱਲ ਕੀਤੀ ਹੈ, ਜਿਨ੍ਹਾਂ ਨੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਮੈਂ ਕਹਿਣਾ ਇਹ ਇੱਕ ਚੰਗੀ ਗੱਲ ਹੈ, ਚੰਗੀ ਸ਼ੁਰੂਆਤ ਹੈ। ਇਹ ਦੁਬਾਰਾ ਜਿਹੜੀ ਹੈਗੀ ਸ਼ੁਰੂਆਤ ਹੋਣੀ ਚਾਹੀਦੀ ਹੈ, ਕਿਉਂਕਿ ਡਾਇਲੋਗ ਦੇ ਰਾਹੀਂ ਹੀ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ। ਗੁਰੂ ਨਾਨਕ ਸਾਹਿਬ ਦੀ ਆਪਾਂ ਧਰਤੀ ਤੇ ਬੈਠੇ ਹਾਂ, ਔਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਆ ਕਿਛ ਕਹੀਆ। ਜੇ ਇੱਕ ਦੂਜੇ ਦੇ ਲਈ ਸੁਣਾਂਗੇ, ਇੱਕ ਦੂਜੇ ਬਾਰੇ ਔਰ ਕਹਾਂਗੇ ਆਪਣੀ ਗੱਲ, ਤਾਂ ਹੀ ਉਹਦੇ ਵਿੱਚੋਂ ਕੋਈ ਹੱਲ ਜਿਹੜਾ ਹੈਗਾ ਨਿਕਲ ਸਕਦਾ ਹੈ। ਮੇਰਾ ਆਖਰੀ ਸਵਾਲ ਹੈ ਇਹ, ਪਹਿਲਾਂ ਹੁਣ ਫਿਰ ਇਹੀ ਚਰਚਾ ਹੋ ਰਹੀ ਹੈ ਕਿ ਸ਼ਾਇਦ ਜਿਹੜਾ ਕਿਸਾਨਾਂ ਦੇ ਨਾਲ ਇਸ ਜੋੜ ਤੋੜ ਨੂੰ ਨੇਪਰੇ ਚੜਾਉਣ ਦੇ ਲਈ ਰਾਜਨਾਥ ਸਿੰਘ ਨੂੰ ਵਿੱਚ ਰੱਖਿਆ ਜਾਵੇ। ਸ਼ਾਇਦ ਇਸ ਉੱਤੇ ਜਿਹੜੀ ਗੱਲਬਾਤ ਉਹ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਹੈ। ਅਸੀਂ ਜਦੋਂ ਕਿਸੇ ਸਿਆਸੀ ਮਾਹਰ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਜਿਵੇਂ ਰਾਜਨਾਥ ਸਿੰਘ ਉਹਨਾਂ ਦਾ ਫੇਸ ਹੈ ਇੱਕ ਕਿਸਾਨੀ ਨੂੰ ਲੈ ਕੇ, ਤੇ ਉਹਨਾਂ ਦਾ ਜਿਹੜੀ ਹਮਦਰਦੀ ਹੈ ਕਿਸਾਨਾਂ ਦੇ ਨਾਲ, ਸ਼ਾਇਦ ਉਹ ਬੀਜੇਪੀ ਦੀ ਬੇੜੀ ਨੂੰ ਪਾਰ ਲਾਉਣ ਦੇ ਲਈ ਕੰਮ ਆਵੇ। ਕੀ ਲੱਗਦਾ ਹੈ ਕਿ ਚਿਹਰੇ ਬਦਲੇ ਜਾਣਗੇ? ਹੁਣ ਵਾਲੀ ਮੀਟਿੰਗ ਦੇ ਵਿੱਚ ਖੇਤੀ ਮੰਤਰੀ ਦੇ ਨਾਲ ਪਹਿਲਾਂ ਪਿਊਸ਼ ਗੋਇਲ ਸੀ, ਸ਼ਾਇਦ ਰਾਜਨਾਥ ਸਿੰਘ ਨੂੰ ਵਿੱਚ ਪਾ ਦਿੱਤਾ ਜਾਵੇ। ਦੇਖੋ, ਮੈਂ ਇਹ ਤਾਂ ਦੇਖੋ ਉਹਨਾਂ ਦਾ ਫੈਸਲਾ ਹੈ, ਇਹ ਬੀਜੇਪੀ ਦਾ ਫੈਸਲਾ, ਚਿਹਰੇ ਬਦਲਣੇ ਚਾਹੁੰਦੀ ਹੈ ਜਾਂ ਨਹੀਂ ਚਾਹੁੰਦੀ। ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜੇ ਰਾਜਨਾਥ ਸਿੰਘ ਵਰਗੇ, ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਯੂਪੀ ਦੇ ਵਿੱਚ ਜਦੋਂ ਮੁੱਖ ਮੰਤਰੀ ਸੀ, ਔਰ ਉਹਨਾਂ ਦਾ ਟਕੈਤ ਨਾਲ, ਜੋ ਟਕੈਤ ਸਾਹਿਬ ਦੇ ਫਾਦਰ ਨੇ ਅੱਜ ਰਾਕੇਸ਼ ਟਕੈਤ ਜੀ ਦੇ, ਮਹਿੰਦਰ ਸਿੰਘ ਟਕੈਤ, ਉਹਨਾਂ ਨਾਲ ਬਹੁਤ ਨੇੜੇ ਦਾ ਰਿਸ਼ਤਾ ਰਿਹਾ। ਸੋ ਉਹ ਜਦੋਂ ਤੁਸੀਂ ਵੀਡੀਓ ਵੇਖਦੇ ਹੋ, ਔਰ ਬਹੁਤ ਵਾਇਰਲ ਵੀਡੀਓ ਹੋਈਆਂ ਨੇ,
ਤਾਂ ਤੁਹਾਨੂੰ ਰਾਜਨਾਥ ਸਿੰਘ ਦੇ ਉੱਤੇ ਜ਼ਿਆਦਾ ਭਰੋਸਾ ਕਰਨਾ ਬਣਦਾ ਹੈ, ਬਾਕੀ ਜਿਹੜੇ ਉਹਨਾਂ ਦੀ ਲੀਡਰਸ਼ਿਪ ਹੈ। ਸੋ ਇਸ ਕਰਕੇ ਇਹ ਬੀਜੇਪੀ ਲਈ ਵੀ ਫਾਇਦਾ ਹੈ, ਇਹ ਕਿਸਾਨਾਂ ਲਈ ਵੀ ਫਾਇਦਾ ਹੈ ਕਿ ਜੇ ਉਹੀ ਲੀਡਰਸ਼ਿਪ ਲਿਆਂਦੀ ਜਾਏ, ਉਹੀ ਲੀਡਰਸ਼ਿਪ ਗੱਲਬਾਤ ਕਰੇ ਜਿਹੜੀ ਕਿਸਾਨੀ ਬਾਰੇ ਮਾੜਾ ਮੋਟਾ ਜਿਨ੍ਹਾਂ ਦਾ ਤਜਰਬਾ ਹੈ ਕਿਸਾਨੀ ਦਾ, ਔਰ ਜਿਹੜੇ ਕਿਸਾਨਾਂ ਦੇ ਦੁੱਖ ਦਰਦ ਨੂੰ ਸਮਝਦੀ ਹੈ ਲੀਡਰਸ਼ਿਪ, ਉਹਨਾਂ ਨੂੰ ਹੀ ਗੱਲਬਾਤ ਲਈ ਅੱਗੇ ਕੀਤਾ ਜਾਏ, ਨਾ ਕਿ ਜਿਹੜੀ ਵਪਾਰੀ ਜਮਾਤ ਹੈ ਸਾਡੀ। ਇਹ ਜਿਹੜੇ ਦੂਸਰੇ ਲੀਡਰ ਨੇ ਇਹ ਵਪਾਰੀਆਂ ਚੋਂ ਆਏ ਨੇ, ਔਰ ਵਪਾਰੀ ਲੋਕ ਕਦੇ ਆਪਾਂ ਨੂੰ ਪਤਾ ਹੈ ਕਦੇ ਵੀ ਕਿਸਾਨੀ ਦਾ ਭਲਾ ਨਹੀਂ ਸੋਚ ਸਕਦੇ। ਸੋ ਇਸ ਕਰਕੇ ਮੈਨੂੰ ਜਿਵੇਂ ਤੁਸੀਂ ਕਹਿ ਰਹੇ ਹੋ, ਜੇ ਰਾਜਨਾਥ ਸਿੰਘ ਜੀ ਵਰਗੇ ਲੋਕ ਜਾਂ ਹੋਰ ਵੀ ਜਿਹੜੇ ਕਿਸਾਨੀ ਨਾਲ ਜੁੜੇ ਲੋਕ ਨੇ, ਜੇ ਉਹ ਅੱਗੇ ਆਉਣਗੇ ਤਾਂ ਲਾਜ਼ਮੀ ਤੌਰ ਤੇ ਇਹ ਮਸਲਾ ਕਿਤੇ ਨਾ ਕਿਤੇ ਤਣ ਪੱਤਣ ਲੱਗ ਸਕਦਾ ਹੈ। ਸੁਖਵਿੰਦਰ ਜੀ, ਬਿਲਕੁਲ ਬਿਲਕੁਲ ਬਿਲकुल ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਬਿਲਕੁਲ। ਸੋ ਕਿਸਾਨੀ ਅੰਦੋਲਨ ਦੇ ਵਿਚਾਲੇ ਇੱਕ ਸੁਖਦ ਖਬਰ ਆਪਾਂ ਕਹਿ ਲਈਏ ਕਿ ਸਾਹਮਣੇ ਆ ਰਹੀ ਹੈ। ਹਾਲਾਂਕਿ ਭਾਜਪਾ ਜਿਹੜੀ ਹੈ ਉਹ ਵੀ ਚਾਹੁੰਦੀ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਤਾਂ ਹੋਵੇ, ਪਰ ਉਹ ਕਿਸ ਪੱਧਰ ਤੱਕ ਹੋਣੀ ਹੈ ਉਸ ਉੱਤੇ ਥੋੜਾ ਸਸਪੈਂਸ ਬਣਿਆ ਹੋਇਆ ਕਿ ਕਿਵੇਂ ਕੌਣ ਉਹਦੇ ਵਿੱਚ ਸ਼ਾਮਲ ਹੋਏਗਾ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਬਾਹਰੀ ਪਾਰਟੀ, ਜਿਵੇਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਵਿਚੋਲਗੀ ਕਰਨ ਦੇ ਲਈ ਤਿਆਰ ਆ, ਜਾਂ ਹੋਰ ਵੀ ਬੜੇ ਵਿਚੋਲਗੀ ਲਈ ਤਿਆਰ ਬੈਠੇ ਨੇ, ਪਰ ਬੀਜੇਪੀ ਨਹੀਂ ਚਾਹੁੰਦੀ ਕਿ ਇਸ ਦਾ ਕ੍ਰੈਡਿਟ ਜਿਹੜਾ ਇੱਕ ਮਸਲੇ ਦੇ ਹੱਲ ਹੋਣ ਤੋਂ ਬਾਅਦ ਕਿਸੇ ਹੋਰ ਨੂੰ ਮਿਲੇ। ਇਸ ਕਰਕੇ ਭਾਜਪਾ ਇਸ ਉੱਤੇ ਕੀ ਰਣਨੀਤੀ ਘੜ ਰਹੀ ਹੈ, ਉਸਨੇ ਕੀ ਕਿਸਾਨਾਂ ਦੇ ਅੱਗੇ ਆਪਣਾ ਪ੍ਰਪੋਜ਼ਲ ਰੱਖਣਾ ਹੈ, ਕਿਸਾਨ ਮੰਨਦੇ ਨੇ ਜਾਂ ਨਹੀਂ ਮੰਨਦੇ, ਇਹ ਸਭ ਦੇ ਬਾਰੇ ਜਿਹੜਾ ਉਹ ਅਸੀਂ ਅੱਗੇ ਚਰਚਾ ਕਰਦੇ ਰਵਾਂਗੇ। ਤੁਸੀਂ ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਏ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।